ਲਵਾਈਏ। ਗੁਰੂ ਚਰਨਾਂ ਦੇ ਵਿੱਚ ਹਾਜ਼ਰੀ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ 8ਵੇਂ ਪਦੇ ਦੇ ਵਿੱਚ ਬਖਸ਼ਿਸ਼ ਕਰਦੇ ਹੋਏ ਕਹਿ ਰਹੇ ਨੇ, ਭਰਮ ਭਰਮ ਜੋਨੀ ਫਿਰ ਫਿਰ ਆਇਆ। ਜੀਵ ਭਟਕ ਭਟਕ ਕੇ ਮੁੜ ਮੁੜ ਜੂਨਾਂ ਵਿੱਚ ਪਿਆ ਰਹਿੰਦਾ ਹੈ। ਜਦੋਂ ਜੂਨਾਂ ਵਿੱਚ ਪੈਣ ਦੀ ਗੱਲ ਆਉਂਦੀ ਜਾਂ ਜੂਨ ਸ਼ਬਦ ਆਉਂਦਾ, ਸਾਡਾ ਸਾਰਿਆਂ ਦਾ ਖਿਆਲ ਇਸ ਪਾਸੇ ਜਾਂਦਾ ਕਿ ਜਦੋਂ ਜੀਵ ਇਸ ਸੰਸਾਰ ਦੇ ਵਿੱਚੋਂ ਰੁਖਸ਼ਤ ਹੁੰਦਾ ਹੈ, ਜੇ ਨੇਕ ਕਰਮ ਨਹੀਂ, ਭਜਨ ਬੰਦਗੀ ਨਹੀਂ, ਤੇ ਇਹਨੂੰ ਮਨੁੱਖਾ ਸਰੀਰ ਨਹੀਂ, ਇਹਨੂੰ ਪਸ਼ੂ ਜੋਨੀਆਂ, ਜੀਵ ਜੰਤ, ਇਹਨਾਂ ਦੇ ਵਿੱਚ ਪੈਣਾ ਪੈਂਦਾ ਹੈ। ਸਾਡੀ ਮਨੌਤ, ਸਾਡਾ ਖਿਆਲ ਇੱਥੇ ਤੱਕ ਪਹੁੰਚਦਾ। ਠੀਕ ਇਸ ਗੱਲ ਨੂੰ ਵੀ ਅਸੀਂ ਮੰਨਦੇ ਹਾਂ ਵੀ ਮਨੁੱਖੀ ਜਾਮੇ ਤੋਂ ਥੱਲੇ ਮਨੁੱਖ ਚਲਿਆ ਜਾਂਦਾ ਹੈ। ਇਹ ਮਨੁੱਖਾ ਜਨਮ ਵੈਸੇ ਕਈ ਸਾਨੂੰ ਇਹਨਾਂ ਜੂਨੀਆਂ ਦੇ ਵਿੱਚੋਂ ਦੀ ਨਿਕਲ ਕੇ ਪ੍ਰਾਪਤ ਹੋਇਆ ਹੈ। ਆਪਾਂ ਪੜ੍ਹਦੇ ਹਾਂ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਠੀਕ ਹੈ, ਜੇ ਭਜਨ ਬੰਦਗੀ ਨਾ ਕੀਤੀ, ਜਿਨ੍ਹਾਂ ਟੇਢੀਆਂ ਮੇਢੀਆਂ ਜੂਨਾਂ ਵਿੱਚੋਂ, ਸਰੀਰਾਂ ਵਿੱਚੋਂ ਇਹ ਨਿਕਲ ਕੇ ਆਇਆ, ਉਹਨਾਂ ਵਿੱਚ ਇਹ ਜਾ ਪਵੇਗਾ। ਕਿਉਂਕਿ ਸਾਡੇ ਅੰਦਰ ਦੀ ਜਿਹੜੀ ਜੋਤ ਜੀਵ ਆਤਮਾ ਹੈ, ਉਹ ਜਿੰਨਾ ਚਿਰ ਆਪਣੇ ਮੂਲ ਵਿੱਚ ਅਭੇਦ ਨਹੀਂ ਹੁੰਦੀ, ਮੂਲ ਕੀ ਹੈ? ਪਰਮਾਤਮਾ, ਉਹਨਾਂ ਚਿਰ ਇਹਦਾ ਸੰਸਾਰ ਦੇ ਵਿੱਚ ਆਉਣਾ ਜਾਣਾ, ਸਰੀਰਾਂ ਦੇ ਵਿੱਚੋਂ ਦੀ ਭਟਕਣਾ ਬਣਿਆ ਰਹੇਗਾ। ਜਿੰਨਾ ਚਿਰ ਇਨਸਾਨ ਨੂੰ ਆਪਣੀ ਮੰਜ਼ਿਲ ਨਹੀਂ ਮਿਲਦੀ, ਉਹਨਾਂ ਵਿੱਚ ਉਹ ਸਫ਼ਰ ਦੇ ਵਿੱਚ ਹੀ ਹੈ। ਮੰਨ ਲਓ ਕਿਸੇ ਬੰਦੇ ਨੇ ਅੰਮ੍ਰਿਤਸਰ ਜਾਣਾ ਹੈ, ਅੰਮ੍ਰਿਤਸਰ ਉਹਦੀ ਮੰਜ਼ਿਲ ਹੈ। ਜਿੰਨਾ ਚਿਰ ਉਹ ਮੰਜ਼ਿਲ ਤੇ ਨਹੀਂ ਪਹੁੰਚਦਾ, ਉਹਨਾਂ ਵਿੱਚੋਂ ਪੈਂਡੇ ਤੇ ਹੈ, ਉਹਨਾਂ ਚਿਰ ਉਹ ਸਫ਼ਰ ਤੇ ਹੈ। ਜਦੋਂ ਮੰਜ਼ਿਲ ਤੇ ਪਹੁੰਚ ਗਿਆ, ਪੈਂਡਾ ਖਤਮ, ਉੱਥੇ ਜਾ ਕੇ ਰੁਕੇਗਾ ਜੋ ਵੀ ਉਹਨੇ ਕਰਨਾ। ਸਾਡੇ ਸਾਰਿਆਂ ਦੀ ਮੰਜ਼ਿਲ ਹੈ ਉਸ ਪਰਮਾਤਮਾ ਦੇ ਵਿੱਚ ਅਭੇਦ ਹੋਣਾ, ਪਰਮਾਤਮਾ ਦੇ ਵਿੱਚ ਮਿਲਣਾ। ਤੇ ਜਿੰਨਾ ਚਿਰ ਸਾਡਾ ਉਸ ਪਰਮਾਤਮਾ ਦੇ ਵਿੱਚ ਮਿਲਾਪ ਨਹੀਂ ਹੁੰਦਾ, ਸਾਡੀ ਜੀਵ ਆਤਮਾ ਉਸ ਪਰਮਾਤਮਾ ਪਰਮ ਪੁਰਖ ਉਹਦੇ ਵਿੱਚ ਅਭੇਦ ਨਹੀਂ ਹੁੰਦੀ, ਇਸ ਸਰੀਰ ਦੇ ਵਿੱਚੋਂ ਤੇ ਨਿਕਲ ਜਾਣੀ ਹੈ। ਕਿਉਂਕਿ ਕੁਝ ਸਮਾਂ, ਕੁਝ ਦਿਨ, ਕੁਝ ਪਲ, ਕੁਝ ਘੜੀਆਂ ਜੋ ਮਾਲਕ ਜਾਣਦਾ ਹੈ, ਉਹ ਲੈ ਕੇ ਸੰਸਾਰ ਵਿੱਚ ਆਏ ਹਾਂ। ਗਿਣਤੀ ਦੇ ਸਵਾਸ ਲੈ ਕੇ ਅਸੀਂ ਆਏ ਹਾਂ। ਉਹ ਸਵਾਸ ਜਿੱਦਣ ਪੂਰੇ ਹੋ ਗਏ, ਸਾਨੂੰ ਇਸ ਸਰੀਰ ਨੂੰ, ਪਿੰਜਰ ਨੂੰ ਛੱਡ ਕੇ ਜਾਣਾ ਪੈਣਾ। ਤੇ ਇਹ ਜੀਵ ਆਤਮਾ ਜਿਹੜੀ ਹੈ, ਹੁਣ ਇਹਨੂੰ ਕੋਈ ਨਾ ਕੋਈ ਤੇ ਟਿਕਾਣਾ ਚਾਹੀਦਾ। ਅਸਲ ਇਹਦਾ ਟਿਕਾਣਾ ਹੈ ਪਰਮਾਤਮਾ ਦੇ ਚਰਨ, ਪਰਮਾਤਮਾ ਰੂਪੀ ਘਰ। ਜਿੰਨਾ ਚਿਰ ਇਹ ਉਸ ਨਿਜ ਘਰ ਦੇ ਵਿੱਚ ਨਹੀਂ ਇਹ ਵਾਸਾ ਕਰਦੀ, ਉਹਨਾਂ ਚਿਰ ਇਹਦੇ ਫੇਰੇ, ਇਹਦਾ ਆਉਣਾ ਜਾਣਾ ਸੰਸਾਰ ਦੇ ਵਿੱਚ, ਕਦੀ ਮਨੁੱਖੀ ਜਾਮਾ, ਕਦੀ ਪਸ਼ੂ ਜੂਨ, ਇਹ ਸਰੀਰਾਂ ਦੇ ਵਿੱਚ ਭਟਕੇਗੀ। ਆਪਾਂ ਰੋਜ਼ਾਨਾ ਪੜ੍ਹਦੇ ਹਾਂ, ਨਿਜ ਕਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏਗੋ ਫੇਰਾ। ਹੇ ਮਨ, ਹੇ ਜੀਵਾਤਮਾ, ਹੇ ਭਾਈ,
ਪ੍ਰਭੂ ਜੀ ਦਾ ਨਾਮ ਜਪੇਗਾ ਤੇ ਨਿਜ ਘਰ ਦੇ ਵਿੱਚ ਟਿਕ ਜਾਏਗਾ। ਨਿਜ ਘਰ ਦੇ ਵਿੱਚ ਤੈਨੂੰ ਟਿਕਣ ਦੇ ਨਾਲ ਹੀ ਆਤਮਿਕ ਸੁੱਖ ਮਿਲੇਗਾ, ਰੱਬੀ ਮਿਲਾਪ ਦਾ ਆਨੰਦ ਮਾਣੇਗਾ। ਬਹੁਰ ਨਾ ਹੋਏਗੋ ਫੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏਗੋ ਫੇਰਾ। ਇਹ ਸੰਸਾਰ ਦੇ ਵਿੱਚ ਤੇਰੇ ਚੱਕਰ, ਤੇਰੇ ਫੇਰੇ, ਤੇਰਾ ਆਵਾਗਮਨ ਮਿਟ ਜਾਏਗਾ। ਸੋ ਇੱਕ ਤੇ ਵਿਚਾਰਧਾਰਾ ਇਹ ਹੈ ਵੀ ਜੇ ਸ਼ੁਭ ਕਰਮ ਨਹੀਂ ਕੀਤੇ, ਪ੍ਰਭੂ ਦਾ ਸਿਮਰਨ ਨਹੀਂ ਕੀਤਾ, ਗੁਰੂ ਮੁਤਾਬਕ ਜੀਵਨ ਨਹੀਂ ਜਿਉਇਆ, ਤੇ ਇਹ ਜਿਹੜੀ ਜੀਵਾਤਮਾ ਹੈ ਇਹ ਸਰੀਰਾਂ ਵਿੱਚ ਭਟਕੇਗੀ। ਸਰੀਰ ਕੋਈ ਮਿਲ ਸਕਦਾ, ਇਹ ਤੇ ਅਸੀਂ ਮੰਨਦੇ ਹਾਂ ਵੀ ਜੇ ਭਗਤੀ ਨਾ ਕੀਤੀ, ਭਜਨ ਬੰਦਗੀ ਨਾ ਕੀਤੀ, ਸ਼ੁਭ ਕਰਮ ਨਾ ਕੀਤੇ, ਮਰਨ ਤੋਂ ਬਾਅਦ ਵਿੱਚ ਅਸੀਂ ਟੇਢੀਆਂ ਮੇਢੀਆਂ ਜੂਨਾਂ ਵਿੱਚ ਪੈਣਾ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਮਨੁੱਖਾਂ ਦੇ ਕੋਲ ਗੁਰੂ ਦਾ ਗਿਆਨ ਨਹੀਂ, ਗੁਰੂ ਕੋਲ ਜੀਵਨ ਜੁਗਤ ਜਿਨ੍ਹਾਂ ਨੇ ਨਹੀਂ ਪ੍ਰਾਪਤ ਕੀਤੀ, ਜੀਵਨ ਜਿਉਣ ਦਾ ਢੰਗ ਇਸ ਮਨੁੱਖੀ ਜਾਮੇ ਨੂੰ ਪ੍ਰਾਪਤ ਕਰਕੇ ਨਹੀਂ ਕੀਤਾ, ਉਹ ਮਨੁੱਖਾ ਜਨਮ ਪਾ ਕੇ ਵੀ ਟੇਢੀਆਂ ਮੇਢੀਆਂ ਜੂਨਾਂ ਵਿੱਚ ਹੀ ਵਿਚਰ ਰਹੇ ਨੇ। ਸੁਰਤ ਕਰਕੇ, ਸੁਭਾਅ ਕਰਕੇ ਉਹ ਪਸ਼ੂ ਜੀਵਨ ਜੀ ਰਹੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚੋਂ ਕੋਈ ਸ਼ਬਦ ਆਪ ਜੀ ਨੂੰ ਸਰਵਣ ਕਰਾਵਾਂ। ਗੁਰੂ ਪਾਤਸ਼ਾਹ ਜੀ ਕਹਿੰਦੇ ਬਿਨ ਸਿਮਰਨ ਜੈਸੇ ਸਰਪ ਆਰ ਜਾਰੀ, ਤਿਉ ਸਾਕਤ ਜੀਵੈ ਨਾਮ ਵਿਸਾਰੀ। ਕਹਿੰਦੇ ਜਿਸ ਇਨਸਾਨ ਦੇ ਕੋਲ ਰੱਬੀ ਗੁਣਾਂ ਦੀ ਵਿਚਾਰ ਨਹੀਂ, ਸਿਮਰਨ ਨਹੀਂ, ਗੁਰੂ ਦਾ ਬਖਸ਼ਿਆ ਗਿਆਨ ਤੇ ਉਸ ਮੁਤਾਬਕ ਜੀਵਨ ਜਾਂਚ ਨਹੀਂ, ਉਹ ਸੱਪ ਦੇ ਵਾਂਗੂ ਜੀਵਨ ਜਿਉਂਦਾ ਹੈ। ਜਿਵੇਂ ਸੱਪ ਆਪਣੇ ਅੰਦਰ ਜ਼ਹਿਰ ਭਰਦਾ ਰਹਿੰਦਾ ਹੈ, ਇਕੱਠਾ ਕਰਦਾ ਰਹਿੰਦਾ ਹੈ, ਜਦੋਂ ਜ਼ਹਿਰ ਉਹਦੇ ਅੰਦਰ ਇਕੱਠਾ ਹੋ ਜਾਂਦਾ ਹੈ ਫਿਰ ਉਹ ਡੰਗ ਮਾਰਦਾ ਹੈ। ਇਵੇਂ ਇਨਸਾਨ ਗੁਰੂ ਤੋਂ ਟੁੱਟ ਕੇ ਪਰਮੇਸ਼ਰ ਦੇ ਨਾਮ ਤੋਂ ਸਖਣਾ ਰਹਿ ਕੇ ਅੰਦਰ ਵਿਕਾਰਾਂ ਦਾ ਜ਼ਹਿਰ ਭਰਦਾ ਹੈ। ਕਾਮ ਦਾ ਜ਼ਹਿਰ ਭਰ ਗਿਆ, ਲੋਭ ਦਾ ਜ਼ਹਿਰ ਭਰ ਗਿਆ, ਕ੍ਰੋਧ ਦਾ ਜ਼ਹਿਰ ਭਰ ਗਿਆ, ਹਉਮੈ ਹੰਕਾਰ ਦਾ ਜ਼ਹਿਰ ਭਰ ਗਿਆ। ਫਿਰ ਇਹ ਇਨਸਾਨ ਨੂੰ ਡੰਗ ਮਾਰਦਾ ਹੈ, ਆਪਣਿਆਂ ਨੂੰ ਵੀ ਡੰਗ ਮਾਰਦਾ ਹੈ, ਬੇਗਾਨਿਆਂ ਨੂੰ ਵੀ ਡੰਗ ਮਾਰਦਾ ਹੈ। ਲੋਭ ਦਾ ਜ਼ਹਿਰ ਸੀ ਗੰਗੂ ਦੇ ਅੰਦਰ, ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਨੂੰ ਡੰਗ ਮਾਰਿਆ। ਲੋਭ ਦਾ ਜ਼ਹਿਰ ਸੀ ਔਰੰਗਜ਼ੇਬ ਦੇ ਅੰਦਰ, ਤਖਤ ਮੈਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰਾਪਤ ਹੋਵੇ ਤੇ ਉਸ ਤਖਤ ਨੂੰ ਪ੍ਰਾਪਤ ਕਰਨ ਦੇ ਵਿੱਚ ਸਭ ਤੋਂ ਵੱਡਾ ਰੋੜਾ ਮੇਰੇ ਭਰਾ ਨੇ। ਭਰਾਵਾਂ ਨੂੰ ਮਾਰਿਆ, ਕਤਲ ਕੀਤਾ। ਫਿਰ ਵੱਡਾ ਰੋੜਾ ਬਾਪ ਹੈ, ਉਹਨੂੰ ਜੇਲ੍ਹ 'ਚ ਪਾਇਆ। ਇਸ ਤਰ੍ਹਾਂ ਮਨੁੱਖ ਡੰਗ ਮਾਰਦਾ ਹੈ। ਬਿਨ ਸਿਮਰਨ ਜੈਸੇ ਸਰਪ ਆਰ ਜਾਰੀ, ਤਿਉ ਸਾਕਤ ਜੀਵੈ ਨਾਮ ਵਿਸਾਰੀ। ਹੁਣ ਕਾਮੀ ਬੰਦਾ ਅੱਜ ਡੰਗ ਨਹੀਂ ਮਾਰ ਰਿਹਾ ਕਿਸੇ ਅਬਲਾ, ਕਿਸੇ ਇਸਤਰੀ, ਕਿਸੇ ਬੱਚੀ, ਉਹਦੀ ਇੱਜ਼ਤ ਪੱਤ ਰੋਲ ਕੇ ਰੱਖ ਦਿੱਤੀ, ਇੱਜ਼ਤ ਵੀ ਉਹਦੀ ਰੋਲ ਦਿੱਤੀ, ਨਾਲ ਉਹਦੀ ਜੀਵਨ ਲੀਲਾ ਵੀ ਸਮਾਪਤ ਕਰ ਦਿੱਤੀ। ਐਸੇ ਕਈ ਦਰਿੰਦੇ ਨੇ, ਤੁਸੀਂ ਕਈ ਖਬਰਾਂ ਪੜ੍ਹੀਆਂ ਹੋਣਗੀਆਂ। ਮੇਰੇ ਖਿਆਲ ਕੇਰਲਾ ਦੀ ਗੱਲ ਹੈ, ਇੱਕ ਪੜ੍ਹੀ ਲਿਖੀ ਲੇਡੀਜ਼ ਰਸਤੇ ਵਿੱਚੋਂ ਆ ਰਹੀ, ਉਹਨੂੰ ਮੌਕਾ ਪਾ ਕੇ ਦਰਿੰਦਿਆਂ ਨੇ ਉਹਨੂੰ ਕਿਡਨੈਪ ਇੱਕ ਹਿਸਾਬ ਦਾ ਕੀਤਾ ਤੇ ਉਹਦੀ ਇੱਜ਼ਤ ਪਾਤਰ ਖੋ ਕੇ ਉਹਨੂੰ ਜਿਉਂਦੀ ਨੂੰ ਅੱਗ ਲਾ ਕੇ ਸਾੜ ਦਿੱਤਾ। ਐਸੀਆਂ ਕਈ ਘਟਨਾਵਾਂ ਨੇ। ਦਰਿੰਦੇ ਨਾਲੇ ਤੇ ਇੱਜ਼ਤ ਖੋ ਲੈਂਦੇ, ਨਾਲੇ ਉਹਦੀ ਜੀਵਨ ਲੀਲਾ ਸਮਾਪਤ ਕਰ ਦਿੰਦੇ। ਇਸ ਤਰ੍ਹਾਂ ਉਹ ਦਿੱਲੀ ਵਿੱਚ ਉਹ ਨਿਰਭਇਆ ਕਾਂਡ ਜਿਹੜਾ ਹੋਇਆ, ਉਹ ਵੀ ਤੇ ਇਸ ਤਰ੍ਹਾਂ ਦਾ ਹੀ ਸੀ, ਜਿਹਦੇ ਕਾਰਨ ਸਾਰੇ ਦੇਸ਼ ਦੇ ਲੋਕਾਂ ਦੇ ਅੰਦਰ ਬੜਾ ਗੁੱਸਾ ਉਹਨਾਂ ਦਰਿੰਦਿਆਂ ਦੇ ਖਿਲਾਫ ਬਾਹਰ ਨਿਕਲਿਆ ਤੇ ਉਹਨਾਂ ਦਰਿੰਦਿਆਂ ਨੂੰ ਸਜ਼ਾਵਾਂ ਵੀ ਮਿਲੀਆਂ। ਐਸੇ ਲੋਕ ਡੰਗ ਮਾਰਨ ਵਾਲੇ ਨੇ।
ਕਾਮ ਦਾ ਜ਼ਹਿਰ ਉਹਨਾਂ ਦੇ ਅੰਦਰ ਚੜ ਗਿਆ ਤੇ ਉਹਨਾਂ ਨੇ ਡੰਗ ਮਾਰ ਦਿੱਤਾ। ਤੇ ਗੁਰੂ ਜੀ ਨੇ ਬਾਣੀ ਵਿੱਚੋਂ ਆਖਿਆ, ਮਤ ਸਮਝੀ ਕਿ ਤੂੰ ਮਨੁੱਖ ਜਾਮਾ ਤੇਰੇ ਕੋਲ ਹੈ, ਤੂੰ ਪਸ਼ੂ ਜੂਨੀਆਂ ਤੋਂ ਬਚਿਆ ਹੈ, ਤੂੰ ਸੁਰਤ ਕਰਕੇ, ਕਰਮ ਕਰਕੇ, ਕਰਤੂਤ ਕਰਕੇ ਤੂੰ ਮਨੁੱਖੀ ਜਾਮਾ ਪ੍ਰਾਪਤ ਕਰਕੇ ਵੀ ਪਸ਼ੂ ਹੈ। ਜੇ ਤੂੰ ਕਾਮ ਕਰਕੇ ਡੰਗ ਮਾਰ ਰਿਹਾ, ਲੋਭ ਕਰਕੇ ਡੰਗ ਮਾਰ ਰਿਹਾ, क्रोध करके डंग मार रहे हैं, तू सापी है, तो इंसान नहीं है। बिन सिमरन जैसे सर्प आर जारी, त्यों साकत जीवै नाम विसारी। फिर अगे बचन कर दे, बिन सिमरन भय कूकर काम। हुण जिस बंदे दे अंदर लोभ है, तृष्णालु बिरती दा मालक है, ਉਹ ਸਮਝ ਲਓ ਕੂਕਰ ਬਿਰਤੀ ਹੈ ਉਹਦੇ ਅੰਦਰ। ਕਿਉਂਕਿ ਕੁੱਤੇ ਦੇ ਅੰਦਰ ਜਦੋਂ ਲੋਭ ਬਿਰਤੀ ਜਨਮ ਲੈ ਲੈਂਦੀ ਹੈ ਤੇ ਥਾਂ ਥਾਂ ਤੇ ਮੂੰਹ ਮਾਰਦਾ ਹੈ। ਬੜਾ ਪਿਆਰਾ ਸ਼ਬਦ ਭਗਤ ਕਬੀਰ ਸਾਹਿਬ ਜੀ ਨੇ ਕੂਕਰ ਦੀ ਉਸ ਬਿਰਤੀ ਨੂੰ ਮਨੁੱਖ ਦੇ ਜੀਵਨ ਵਿੱਚੋਂ ਉਜਾਗਰ ਕੀਤਾ। ਕਹਿੰਦੇ ਸੁਰੇ ਕੀ ਜੈਸੀ ਤੇਰੀ ਚਾਲ, तेरी पुंछट ऊपर चमक बाल, इस गृह में है सो तू ढूंढ खाए, और किसी के तू मत ही जाए। चाकी चाटे चून खाए, चाटी का चीथरा कहाँ ले जाए। कहते शीके ऊपर तेरी बहुत डीठ, मत लकड़ी सोटा परे तेरी पीठ। कहे कबीर ਭੋਗ ਭਲੇ ਕੀਨ, ਮਤ ਕੋਈ ਮਾਰੇ ਈਟ ਢੇਮ। ਇਹਦੇ ਅਰਥ ਹੁਣ ਸੰਖੇਪ ਦੇ ਵਿੱਚ ਆਪ ਜੀ ਨੂੰ ਸਰਵਣ ਕਰਾ ਦਿਆਂ। ਲਾਲਚੀ ਕੁੱਤਾ ਜਦੋਂ ਕਿਸੇ ਦੇ ਘਰ ਕਿਸੇ ਬੂਹੇ ਅੱਗੇ ਜਾਂਦਾ ਹੈ, ਕਿਉਂਕਿ ਉਹ ਕਿਸੇ ਦਾ ਵਫਾਦਾਰ ਹੈ ਨਹੀਂ, ਕੋਈ ਮਾਲਕ ਉਹਦਾ ਹੈ ਨਹੀਂ, ਤੇ ਉਹ ਕਈਆਂ ਦੇ ਬੂਹਿਆਂ ਦੇ ਅੱਗੇ ਜਾ ਕੇ ਖਲੋਂਦਾ ਹੈ। ਅਵਾਰਾ ਕੁੱਤਾ ਜਿਹਨੂੰ ਕਹਿੰਦੇ। ਉਹ ਕੁੱਤਾ ਜਦੋਂ ਕਿਸੇ ਦੇ ਬੂਹੇ ਅੱਗੇ ਜਾ ਕੇ ਖਲੋਂਦਾ ਹੈ, ਬੜਾ ਸ਼ਰੀਫ ਜਿਹਾ, ਬੜਾ ਗਰੀਬੜਾ ਜਿਹਾ ਉਹਦਾ ਮੁੱਖ ਵੇਖਣ ਵਾਲਾ ਹੁੰਦਾ। ਮਾਲਕ ਕੋਈ ਬੰਦਾ ਸਾਹਮਣੇ ਹੈ ਤੇ ਉਹਦੇ ਅੱਗੇ ਬੜਾ ਸ਼ਰੀਫ ਜਿਹਾ ਬਣ ਕੇ ਖਲੋਏਗਾ ਵੀ ਇਹ ਮੈਨੂੰ ਕੁਝ ਟੁੱਕਰ ਪਾ ਦੇਵੇ, ਇਹ ਮੈਨੂੰ ਕੁਝ ਖਾਣ ਨੂੰ ਦੇ ਦੇਵੇ। ਤੇ ਜਦੋਂ ਕੋਈ ਸੁੰਝਾ ਘਰ ਵੇਖਦਾ ਹੈ ਵੀ ਘਰ ਦੇ ਵਿੱਚ ਕੋਈ ਨਹੀਂ, ਜਿਸ ਘਰ ਦੇ ਵਿੱਚ ਉਹਨੂੰ ਘਰ ਦਾ ਮਾਲਕ ਨਜ਼ਰ ਆਵੇ ਤੇ ਉਹਦੇ ਸਾਹਮਣੇ ਬੜਾ ਗਰੀਬੜਾ ਜਿਹਾ, ਬੜਾ ਸ਼ਰੀਫ ਜਿਹਾ ਬਣ ਕੇ ਖਲੋਏਗਾ। ਤੁਸੀਂ ਕੁੱਤੇ ਨੂੰ ਗੌਰ ਨਾਲ ਵੇਖਣਾ, ਇਸ ਤਰ੍ਹਾਂ ਦਾ ਸੁਭਾਅ ਉਹਦਾ। ਤੇ ਜਦੋਂ ਕੋਈ ਸੁੰਝਾ ਘਰ ਵੇਖੇਗਾ, ਫਿਰ ਸੁੰਝੇ ਘਰ ਦੇ ਵਿੱਚ ਉਹਨੇ ਚੱਕੀ ਨੂੰ ਵੀ ਮੂੰਹ ਮਾਰਨਾ, ਚੱਕੀ ਨੂੰ ਵੀ ਚੱਟਣਾ। ਜਿੱਥੇ ਆਟਾ ਪੀਆ ਜਾਂਦਾ ਹੈ ਤੇ ਉੱਪਰ ਛਿੱਕੂ ਟੰਗਿਆ ਹੈ, ਜਿਹਦੇ ਵਿੱਚ ਕੋਈ ਚੌਲ ਬਚੇ ਨੇ, ਦਾਲ ਬਚੀ ਹੈ। ਪੁਰਾਣੇ ਸਮਿਆਂ ਦੀ ਗੱਲ ਹੈ, ਬਾਬਾ ਕਬੀਰ ਸਾਹਿਬ ਜੀ ਕਰ ਰਹੇ ਨੇ। ਉਦੋਂ ਆ ਫਰਿੱਜਾਂ ਫਰੂਜਾਂ ਨਹੀਂ ਸੀ ਹੁੰਦੀਆਂ, ਜੋ ਫੁਲਕੇ ਬਚਨੇ, ਦਾਲ ਬਚਣੀ ਤੇ ਛਿੱਕੂ ਉੱਤੇ ਟੰਗ ਦੇਣਾ, ਕੋਈ ਬਿੱਲੀ ਕੋਈ ਪਸ਼ੂ ਮੂੰਹ ਨਾ ਮਾਰ ਲਵੇ। ਉਹ ਚੱਕੀ ਨੂੰ ਵੀ ਚੱਟਦਾ ਹੈ ਤੇ ਚੱਕੀ ਨੂੰ ਵੀ ਗੰਦਿਆਂ ਕਰਦਾ ਹੈ। ਫਿਰ ਉਹਦਾ ਧਿਆਨ ਉੱਪਰ ਜਿਹੜਾ ਛਿੱਕੂ ਟੰਗਿਆ ਨਾ, ਵੀ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਛਿੱਕੂ ਮੈਨੂੰ ਮਿਲ ਜਾਏ, ਉਹਦੇ ਵਿੱਚ ਜੋ ਕੁਝ ਮੈਂ ਲੈ ਜਾ, ਛਿੱਕੂ ਸਮੇਤ ਲੈ ਜਾਵਾਂ। ਫਿਰ ਛਿੱਕੂ ਤੇ ਜਦੋਂ ਨਹੀਂ ਉਹ ਪਹੁੰਚ ਪਾਉਂਦਾ, ਕਿਉਂਕਿ ਉੱਪਰ ਟੰਗਿਆ ਹੈ, ਤੇ ਉਹ ਜਿਹੜੀ ਚੱਕੀ ਨੂੰ ਚੱਟ ਰਿਹਾ ਸੀ ਨਾ, ਉਹਦਾ ਕੱਪੜਾ ਜਿਹੜਾ ਸਾਫ਼ ਕਰਨ ਵਾਲਾ ਪਰੋਲਾ, ਉਹਦੇ ਨਾਲ ਵੀ ਆਟਾ ਲੱਗਾ ਹੁੰਦਾ, ਉਹ ਵੀ ਲੈ ਜਾਂਦਾ ਹੈ, ਉਹ ਵੀ ਲੈ ਜਾਂਦਾ। ਇਹ ਗੱਲ ਕੇਵਲ ਕੁੱਤੇ ਦੀ ਨਹੀਂ, ਇਹ ਗੱਲ ਇਨਸਾਨ ਦੀ ਹੈ। ਕਹਿੰਦੇ ਇਸ ਤਰ੍ਹਾਂ ਹੀ ਜਿਸ ਬੰਦੇ ਦੇ ਅੰਦਰ ਸੰਤੋਖ ਨਹੀਂ, ਸੰਤੋਖ ਦੀ ਹੀਣਤਾ, ਉਹ ਬੰਦਾ ਬੜਾ ਸ਼ਰੀਫ ਜਿਹਾ ਬਣ ਕੇ ਦੂਜਿਆਂ ਕੋਲ ਜਾਂਦਾ, ਬੜਾ ਸ਼ਰੀਫ ਜਿਹਾ ਬਣ ਕੇ ਰਹਿੰਦਾ ਵੀ ਇਹਦੇ ਵਰਗਾ ਇਮਾਨਦਾਰ ਕੋਈ ਹੋਰ ਹੈ ਹੀ ਨਹੀਂ। ਤੇ ਉਹ ਜਦੋਂ ਦੂਸਰਿਆਂ ਦਾ ਧਨ ਵੇਖਦਾ, ਉਹਦੇ ਅੰਦਰ ਲਾਲਚ ਜਨਮ ਲੈਂਦਾ, ਲੋਭ ਜਨਮ ਲੈਂਦਾ,
ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਧਨ ਮੇਰਾ ਹੋ ਜਾਏ। ਫਿਰ ਛਲ ਕਪਟ ਚਤੁਰਾਈਆਂ ਸਾਰਾ ਕੁਝ ਉਹ ਵਰਤਦਾ ਵਾ। ਇਹ ਚਾਹੁੰਦਾ ਹੈ ਵੀ ਸਾਰਾ ਕੁਝ ਮੇਰੇ ਕੋਲ ਹੀ ਆ ਜਾਏ। ਲੋਭ ਬਿਰਤੀ ਵਿੱਚ ਖਚਤ ਹੋਇਆ ਬੰਦਾ ਵੀ ਸਾਰਾ ਕੁਝ ਮੇਰੇ ਕੋਲ ਹੀ ਆ ਜਾਏ, ਜੋੜ ਜੋੜ ਕੇ ਮੈਂ ਧਨ ਦੇ ਅੰਬਾਰ ਖੜੇ ਕਰ ਦਿਆਂ, ਧਨ ਮੈਂ ਅੰਬਾਰ ਇਹਦੇ ਖੜੇ ਕਰ ਦਿਆਂ। ਲੋਭੀ ਬੰਦਾ ਤੇ ਉਹ ਚੰਗਾ ਭਲਾ ਖਾਂਦਾ ਪੀਂਦਾ ਵੀ, ਭੋਗ ਭੋਗਦਾ ਵੀ, ਆਪਣੇ ਤੋਂ ਜਿਹੜੇ ਅੱਗੇ ਅਮੀਰ ਨੇ ਉਹਨਾਂ ਦੀ ਦੌਲਤ ਵੇਖ ਕੇ ਛੱਡਦਾ ਹੈ, ਆਪਣੇ ਤੋਂ ਜਿਹੜੇ ਜ਼ਿਆਦਾ ਧਨਾੜ ਨੇ ਉਹਨਾਂ ਵੱਲ ਵੇਖ ਕੇ ਛੱਡਦਾ ਹੈ, ਪੁੱਜਦਾ ਹੈ। ਫਿਰ ਭੋਗ ਭੋਗਦਾ ਹੋਇਆ ਭੋਗੀ ਜੀਵਨ ਗੁਜ਼ਾਰਦਾ ਹੈ ਤੇ ਫਿਰ ਉਹਦੇ ਜੀਵਨ ਵਿੱਚ ਲੜਾਈ ਝਗੜੇ ਬਹਿਸਾਂ ਸਾਰਾ ਕੁਝ ਚੱਲਦਾ ਹੈ। ਇਹ ਸੰਖੇਪ ਦੇ ਰੂਪ ਦੇ ਵਿੱਚ ਇਹਦੇ ਮੈਂ ਜੋ ਸਾਰਾਂਸ਼ ਹੈ ਨਾ ਉਹ ਬਿਆਨ ਕਰ ਰਿਹਾ। ਤੇ ਉਹ ਭੋਗ ਜਦੋਂ ਭੋਗਦਾ ਰਹਿੰਦਾ ਹੈ, ਲਾਲਚ ਵਸ ਹੋ ਕੇ, ਲੋਭ ਵਸ ਹੋ ਕੇ, ਇੱਕ ਤੇ ਪਰਾਇਆ ਧਨ ਪਰਾਈ ਵਸਤ ਵਰਤਦਾ ਹੈ, ਭੋਗ ਭੋਗਦਾ ਹੈ। ਭੋਗ ਭੋਗਣ ਦੇ ਨਾਲ ਸਿੱਟਾ ਕੀ ਨਿਕਲਦਾ, ਕਈ ਤਨ ਤੇ ਰੋਗ ਉਹਦੇ ਜੀਵਨ ਵਿੱਚ ਆ ਜਾਂਦੇ ਨੇ। ਤੇ ਬਾਬਾ ਕਬੀਰ ਸਾਹਿਬ ਜੀ ਨੇ ਇਹ ਕੂਕਰ ਬਿਰਤੀ ਨੂੰ ਮਨੁੱਖ ਦੇ ਜੀਵਨ ਵਿੱਚੋਂ ਬਿਆਨ ਕੀਤਾ। ਕਹਿੰਦੇ ਸੁਰੇ ਕੀ ਜੈਸੀ ਤੇਰੀ ਚਾਲ, ਤੇਰੀ ਜਿਹੜੀ ਚਾਲ ਹੈ ਨਾ, ਕਹਿੰਦੇ ਗਊ ਵਾਲੀ ਹੈ। ਗਊ ਨੂੰ ਲੋਕ ਸ਼ਰੀਫ ਮੰਨਦੇ ਆ, ਬੜੀ ਸਿੱਧੀ ਮੰਨਦੇ ਆ ਵੀ ਜਦੋਂ ਕਿਸੇ ਦੇ ਧਨ, ਕਿਸੇ ਦੀ ਦੌਲਤ ਜਾਂ ਕਿਸੇ ਨੂੰ ਠੱਗਣਾ ਹੋਵੇ, ਲੁੱਟਣਾ ਹੋਵੇ, ਤੂੰ ਬੜਾ ਸ਼ਰੀਫਾਂ ਵਾਲਾ ਸੁਭਾਅ ਲੈ ਕੇ ਉਹਦੇ ਸਾਹਮਣੇ ਪੇਸ਼ ਹੋਣਾ। ਸੁਰੇਕੀ ਜੈਸੀ ਤੇਰੀ ਚਾਲ। ਆ ਵੇਖੋ, ਅੱਜ ਸਾਡੇ ਨੌਜਵਾਨਾਂ ਨੂੰ ਬਾਹਰ ਜਾਣ, ਵਿਦੇਸ਼ ਜਾਣ ਦਾ ਬੜਾ ਸ਼ੌਂਕ, ਕਿਉਂਕਿ ਇੱਥੇ ਹੈ ਵੀ ਕੁਝ ਨਹੀਂ। ਅੱਜ ਦੀ ਨੌਜਵਾਨੀ ਜਿਹੜੀ ਹੈ ਉਹਨੂੰ ਇੱਥੇ ਕੋਈ ਰਸਤਾ ਕੁਝ ਨਜ਼ਰ ਨਹੀਂ ਆ ਰਿਹਾ ਆਪਣਾ ਭਵਿੱਖ, ਤੇ ਉਹ ਬਾਹਰ ਜਾਣਾ ਚਾਹੁੰਦਾ। ਬਹੁਤ ਸਾਰੇ ਬਾਹਰ ਪਹੁੰਚਾਉਣ ਵਾਲੇ ਐਸੇ ਏਜੰਟ ਬੜੀਆਂ ਮਿੱਠੀਆਂ ਮਿੱਠੀਆਂ, ਬੜੀਆਂ ਪਿਆਰੀਆਂ ਪਿਆਰੀਆਂ ਗੱਲਾਂ ਕਰਦੇ। ਕੁਝ ਚੰਗੇ ਵੀ ਹੁੰਦੇ ਨੇ ਜੀ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਪਰ ਬਹੁਤ ਐਸੇ ਨੇ 40-40 35-35 ਲੱਖ ਹੜਪ ਜਾਂਦੇ ਨੇ, ਬਰਬਾਦ ਕਰ ਦਿੰਦੇ ਨੇ ਉਹਨਾਂ ਨੌਜਵਾਨਾਂ ਨੂੰ। ਜਿਹੜਾ ਘਰ ਵਿੱਚ ਜੋ ਜ਼ਮੀਨ ਸੀ ਉਹ ਵੀ ਸਾਰੀ ਵਿਕ ਗਈ। ਉਹ ਲਾਲਚੀ ਗਾਂ ਵਰਗਾ ਸੁਭਾਅ ਲੈ ਕੇ ਕਿਸੇ ਦੇ ਸਾਹਮਣੇ ਪੇਸ਼ ਹੁੰਦੇ ਨੇ। ਕਹਿੰਦੇ ਸੁਰੇ ਕੀ ਜੈਸੀ ਤੇਰੀ ਚਾਲ, ਤੇਰੀ ਪੁੰਛਟ ਉੱਪਰ ਚਮਕ ਬਾਲ। ਕਹਿੰਦੇ ਨੇ ਜਿਵੇਂ ਕੁੱਤੇ ਦੇ ਪੂਛ ਦੇ ਪਿੱਛੇ ਵਾਲ ਹੁੰਦੇ ਆ ਨਾ, ਉਹ ਵੀ ਪ੍ਰਭਾਵਿਤ ਕਰਦੇ ਆ, ਤੇ ਤੇਰਾ ਪਹਿਰਾਵਾ ਜਿਹੜਾ ਪ੍ਰਭਾਵਿਤ ਕਰਦਾ, ਸ਼ਰੀਫਾਂ ਵਾਲਾ ਤੇਰਾ ਪਹਿਰਾਵਾ, ਧਾਰਮੀਆਂ ਵਾਲਾ ਤੇਰਾ ਪਹਿਰਾਵਾ। ਸੁਰੇਕੀ ਜੈਸੀ ਤੇਰੀ ਚਾਲ, ਤੇਰੀ ਪੁੰਛਟ ਉਪਕ ਚਮਕ ਬਾਲ। ਫਿਰ ਅੱਗੇ ਕਹਿੰਦੇ ਨੇ ਇਸ ਗ੍ਰਹਿ ਮੇ ਹੈ, ਇਸ ਘਰ ਹੀ ਮੈਂ ਸੋ ਤੂੰ ਢੂੰਡ ਖਾਏ ਭਰਾਵਾ। ਜੋ ਤੇਰੇ ਘਰ ਦੇ ਵਿੱਚ ਭਾਵ ਜੋ ਹੱਕ ਹਲਾਲ ਮਿਹਨਤ ਦੀ ਕਮਾਈ ਦੇ ਵਿੱਚੋਂ ਤੈਨੂੰ ਪ੍ਰਾਪਤ ਹੁੰਦਾ, ਉਹੀ ਖਾ, ਬੜਾ ਸੁੱਖ ਮਿਲੇਗਾ ਹੀ। ਨਹੀਂ ਤੇ ਆ ਲੋਭ ਬਿਰਤੀ ਤੈਨੂੰ ਕੁੱਤੇ ਵਾਲਾ ਜੀਵਨ ਜਿਉਣ ਤੇ ਮਜਬੂਰ ਕਰ ਦੇਗੀ। ਦੁਆਰੇ ਦੁਆਰ ਸਮਾਨ ਜੋ ਡੋਲਤ ਨੈ ਸੁਧਰਾਮ, ਭਜਨ ਕੀ ਵਾਲੀ ਅਵਸਥਾ ਤੂੰ ਜੀਵਨ ਬਤੀਤ ਕਰੇਗਾ। ਤੂੰ ਮਨੁੱਖ ਬਣ ਕੇ ਮਨੁੱਖਾਂ ਵਾਲਾ ਜਾਵਾਂ ਜੀ, ਮਨੁੱਖਾਂ ਵਾਲੇ ਕਰਮ ਕਰ। ਲੋਭ ਨੇ ਤੈਨੂੰ ਕੁੱਤਾ ਬਣਾ ਦਿੱਤਾ, ਹੈ ਤੂੰ ਮਨੁੱਖ। ਸੁਰੇ ਕੀ ਜੈਸੀ ਤੇਰੀ ਚਾਲ, ਤੇਰੀ ਪੁੰਛਟ ਉੱਪਰ ਚਮਕ ਬਾਲ। ਇਸ ਗ੍ਰਹਿ ਮੇ ਹੈ ਸੋ ਢੂੰਡ ਖਾਏ। ਜੋ ਤੇਰੇ ਘਰ ਦੇ ਵਿੱਚ ਰੁੱਖਾ ਸੁੱਖਾ, ਜਿਵੇਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਰੁੱਖੀ ਸੁੱਕੀ ਖਾਈ ਕੇ ਠੰਡਾ ਪਾਣੀ ਪੀਓ, ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਕਹਿੰਦੇ ਇਸ ਗ੍ਰਹਿ ਮੇ ਹੈ ਸੋ ਤੂੰ ਢੂੰਡ ਖਾਏ ਔਰ ਕਿसी के तो मत ही जाए। ਪਰਾਏ ਧਨ, ਪਰਾਇਆ ਹੱਕ, ਪਰਾਏ ਘਰ, ਉਸ ਵੱਲ ਨਾ ਝਾਕ ਰੱਖ, ਉਸ ਪਾਸੇ ਨਾ ਜਾ। ਅੱਜ ਪਰਾਇਆ ਹੱਕ ਜਿਨ੍ਹਾਂ ਕਾਲਜਾਂ ਦੇ ਵਿੱਚੋਂ ਇੰਜੀਨੀਅਰ ਜਾਂ ਬੈਂਕ ਮੈਨੇਜਰ ਜਾਂ ਡਾਕਟਰ, ਅੱਛੇ ਵਿਦਿਆਰਥੀ ਜੋ ਉੱਚੇ ਅਹੁਦਿਆਂ ਤੇ ਪਹੁੰਚਣੇ ਚਾਹੀਦੇ ਨੇ, ਉਹ ਪੜ੍ਹਾਉਣ ਵਾਲਾ ਅੱਜ ਟੀਚਰ ਹੀ ਉਹਨਾਂ ਦਾ ਪਰਾਇਆ ਹੱਕ ਭਾਵ ਰਿਸ਼ਵਤ ਲੈ ਲਿਆ।
बड़े ढंग ने इन्हां कॉलेज वालियां दे कोल बच्चियां नूं, बच्चियां दे माँ बाप नूं किवें ठगना है, किवें ठगना है। आ किताबां दे विच अन्नी लुੱਟ है। मैनेजमेंट सारा लुੱਟ के खा जांदा। 100 रुपए की किताब दी आउंदी, 400 500 रेट उहदे उत्ते, 1 रुपया नहीं घट करते अगले। ते मूँहों कह रहे ने कि भाई साहब ये कॉलेज का फंडा है, हम तो बिक्री करने वाले हैं, सारा परसेंटेज तो उनका जाता है, कंपनी से उनका सीधा कॉन्टैक्ट है। सीधा कहते अगले हम तो बेच रहे हैं। तो गुरमुखो फिर टीचर जिहड़े ने वो स्कूल दे विच, सरकारी स्कूल क्यों अज फेल होए? सरकारी टीचर जिहड़ा वा वो 80-80 हज़ार तनख्वाह लै करके उत्थे पूरे पीरीयड दे विच बच्चियां नूं नहीं पढ़ांदा। वो बच्चियां नूं अपने घर अलग ट्यूशन दे के 500 600 हुण ते 1200 ट्यूशन है जी, उत्थे पढ़ांदा है, उत्थे पढ़ा रहा है। जिहड़ा पीरीयड है ना उहदे विच नहीं उन्हें पढ़ाना, खाली गप्पा मार के। सरकारी स्कूलों में यही हुंदा है, गप्पा मार के। कुछ ईमानदार टीचर होंदे ने जिहड़े पढ़ाउंदे ने, बाकी नहीं। गप्पा मार के बच्चों के नाल 40 मिनट का पीरीयड। हाँ भी बच्चों जे इस सबजैक्ट विचों पास होना है, चंगे नंबर लेने हैं, मेरे को ट्यूशन लानी पैगी। 80 हज़ार तनख्वाह दे नाल उन्हों नहीं उहदा पेट भर रहा, उन्होंने संतोख आ रहा। तो उपरों बच्चों के कोलों 1200 रुपया ट्यूशन, 1000 वो लै रहा है। तो गुरमुखो ये अवस्था बाबा कबीर साहब जी के शब्द विचों निकल के नहीं आ रही। वो बच्चा जिहड़ा रिश्वतां दे दे के पढ़िया, वो ईमानदार होकर देश की सेवा करेगा? बिल्कुल नहीं करेगा, बिल्कुल नहीं करेगा। असी अज माड़ा बंदा जिहड़ा है डॉक्टरां दे कोलों इलाज नहीं करवा सकता, मर जांदा है। ते फिर गिला भी करदा है भी इन्ने महंगे डॉक्टर, भी जिहड़ा डॉक्टर इन्नी रिश्वत दे के पहलां ते उन्हें दाखला लवाया। मैनू सुनन च आया अपने एक सिख भरा ने अपने बच्चे नूं MBBS इस विच दाखला दिवाउण दे वास्ते 1 करोड़ रुपया दिता। 1 करोड़। ते भलके वो बच्चा जदों पढ़ लिख के डॉक्टर बनेगा, वो करोड़ कित्थों हासिल करेगा? वो करोड़ कित्थों हासिल करेगा? वो साडे विचों ही हासिल करेगा। वो तो दुगना तिगना खिंचेगा, दुगना तिगना खिंचेगा। सो जिहड़ी जड़ है ना बच्चे दी, ताई ते मेरे गुरु महाराज जी गुरु नानक देव जी ने पांदे कोल जिदन पहले दिन गए सी ना, पट्टी लिख के समझाया सी, बाबा ए लेखा लिख जान, कहते ए लेखा लिख इसका भी जिहड़ी तू विद्या पढ़ा रहा इन्हां बच्चियां नूं, ਉਹ ਜਿਹੜੀ विद्या है केवल माया की खातर तरले लैन वाले इंसान पैदा कर रही है। भावें तेरा पढ़िया लिखिया डॉक्टर बनेगा, वो परोपकार नहीं करेगा, लुट के खा जाएगा। पढ़िया लिखिया इंजीनियर बनेगा, पढ़िया लिखिया किसी भी महकमे दे विच चलिया जाएगा। कहते ने लिख नाम सलाह, लिख लिख अंत ना पारावार, लेखा देवे बीरा तो पढ़िया। मैं ते तां पढ़िया लिखा मनांगा तेरा विद्यार्थी जे वो अपने कर्मां दे लिखे विचों बरी निकल आवे, भाव ईमानदारी उहदे जीवन विच होवे। इन्हां बच्चियां नूं नाल लोभ तो बचण, तृष्णा तो बचण दी भी सिੱਖਿਆ दे। नहीं ते तेरे बच्चे जिहड़े ने वो माया दे खातर तरले लैन वाले विद्यार्थी ये अगे अहुदियां ते बैठणगे, ते उही हाल अज हो रहा है। तुसीं बैंक मैनेजर कोल चले जाओ, जे लोन किसी ने कढवाना अपनी परसेंटेज पहलां तय करेगा। कल दी घटना, 2 भरावां दी प्रॉपर्टी दा मसला, उन्होंने वकील कर लिया, वकील ने सारा कुछ उन्हें फैसला कर दिता है। 1.5 करोड़ की प्रॉपर्टी, तो वकील कहता कागज तुहानूं त्यां दिआंगा, तुसीं प्रॉपर्टी अपनी अद्धो अद्धी 2 भरा तां वंड सकदे हो, 60 लाख मैनूं दिओ। वकील उन्हां नाल हुण
ਉਹ ਧੋਖਾ ਕਰ ਰਿਹਾ ਹੈ। 60 ਲੱਖ ਮੈਨੂੰ ਦਿਓ, ਉਹ ਕਹਿੰਦੇ ਸਾਨੂੰ ਬਚਿਆ ਕੀ, ਇੱਕ ਹਿੱਸਾ ਤੇ ਤੂੰ ਲੈ ਗਿਆ। ਕਹਿੰਦਾ ਉਹਨਾਂ ਚਿਰ ਕਾਗਜ਼ ਨਹੀਂ ਦਿਆਂਗਾ ਜੋ ਮੇਰੇ ਕੋਲ ਪਿਆ ਹੋਇਆ ਤੁਹਾਡਾ। ਉਹ ਕਹਿੰਦੇ 40 ਲੱਖ ਲੈ ਲਾ, ਪਾਸੇ ਹਟ ਜਾ, ਅਸੀਂ ਫੈਸਲਾ ਕਰ ਲਾਂਗੇ ਆਪਣੇ ਆਪ। ਉਹ ਕਹਿੰਦਾ 40 ਨਹੀਂ 60 ਲੱਖ, ਬਲਕਿ 1 ਰੁਪਈਆ ਵੀ ਨਹੀਂ ਉਹਦਾ ਬਣਦਾ। ਕਿੰਨੇ ਲੱਖ ਰੁਪਈਆ ਉਹ ਕੇਸ ਨੂੰ ਹੈਂਡਲ ਕਰਨ ਦਾ ਲੈ ਚੁੱਕਿਆ। ਤੁਸੀਂ ਕਿਸੇ ਵਕੀਲ ਤੇ ਭਰੋਸਾ ਕਰ ਸਕਦੇ ਹੋ? ਕਿਸੇ ਅਦਾਲਤ ਤੋਂ ਫੈਸਲਾ ਲੈ ਸਕਦੇ ਹੋ? ਉਹ ਬਾਬੇ ਨਾਨਕ ਦੀ ਗੱਲ ਸਹੀ ਸੀ। ਤੇਰਾ ਪੜ੍ਹਿਆ ਹੋਇਆ ਵਕੀਲ, ਤੇਰਾ ਪੜ੍ਹਿਆ ਹੋਇਆ ਜੱਜ, ਤੇਰਾ ਪੜ੍ਹਿਆ ਡਾਕਟਰ ਲੋਕਾਂ ਦਾ ਖੂਨ ਚੂਸੇਗਾ, ਨਿਆਂ ਨਹੀਂ ਕਰੇਗਾ। ਇੱਥੇ ਤੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਤੇ ਵਿਦਿਆ ਪੜ੍ਹਾ ਪਰ ਪਰਉਪਕਾਰੀ ਜੀਵਨ ਜਿਉਣ ਵਾਲਾ ਬਣਾ। ਮਰੀਜ਼ ਮਰ ਰਿਹਾ ਹੈ, ਸੌਦੇਬਾਜ਼ੀ ਕਰਦਾ ਡਾਕਟਰ, ਇੰਨੇ ਪੈਸੇ ਦੇ ਸਕੋਗੇ ਹਸਪਤਾਲ ਦੇ ਵਿੱਚ? ਨਹੀਂ, ਤੇ ਬੈੱਡ ਹੀ ਕੋਈ ਨਹੀਂ ਖਾਲੀ, ਜਾਓ ਅਗਲੇ। ਇੱਦਾਂ ਬਹਾਨੇਬਾਜ਼ੀ ਹੋ ਜਾਂਦੀ। ਸੋ ਸਤਿਗੁਰ ਜੀ ਇੱਥੇ ਕਹਿ ਰਹੇ ਨੇ, ਇਸ ਘਰ ਮੇਂ ਹੈ ਸੋ ਢੂੰਡ ਖਾਏ, ਔਰ किसी के मत ही तू जाए, चाकी चाटे चून खाए, चाकी का चीथरा कहाँ ले जाए। कहते ने कुत्ता ਚੱਕੀ ਚੱਟ ਰਿਹਾ ਸੀ, इथों तक ते ठीक, पर ਉਹ ਜਿਹੜਾ ਪਰੋਲਾ ਪੁੰਝਣ ਵਾਲਾ ਸੀ ਚੱਕੀ ਨੂੰ, ਉਹ ਵੀ ਨਾਲ ਲੈ ਗਿਆ। ਹੁਣ ਕਿਤੇ ਕੁੱਤਾ ਉਸ ਮਾਲਕ ਦੇ ਨਜ਼ਰੀ ਪੈ ਗਿਆ ਨਾ, ਕਹਿੰਦੇ ਬੜੀ ਮਾਰ ਪੈ ਗਈ ਉਹਨੂੰ, ਵੀ ਤੂੰ ਮੇਰੀ ਚੱਕੀ ਵੀ ਗੰਦੀ ਕਰ ਦਿੱਤੀ, ਲੋਭੀ ਕੁੱਤਿਆ, ਤੂੰ ਪਰੋਲਾ ਵੀ ਚੁੱਕ ਕੇ ਲੈ ਗਿਆ। ਚਾਕੀ ਚਾਟੇ ਚੂਨ ਖਾਏ, ਚਾਕੀ ਕਾ ਚੀਥਰਾ ਕਹਿਆਂ ਲੈ ਜਾਏ। ਕਹਿੰਦੇ ਜੋ ਤੇਰੀ ਕਿਰਤ ਕਮਾਈ ਦੇ ਵਿੱਚੋਂ ਤੈਨੂੰ ਪ੍ਰਾਪਤ ਹੁੰਦਾ ਉਹ ਖਾ, ਬਾਕੀ ਨਾਲ ਬਣ ਕੇ ਕਿੱਥੇ ਲੈ ਜਾਏਗਾ। ਜਿਵੇਂ ਕੁੱਤਾ ਉਹ ਪਰੋਲਾ ਵਾਧੂ ਦਾ ਐਵੇਂ ਨਾਲ ਚੁੱਕੀ ਫਿਰਦਾ, ਵਿੱਚੋਂ ਉਹਦੇ ਕੁਝ ਨਹੀਂ ਮਿਲਦਾ। ਹਾਂ, ਮਾਲਕ ਦੀ ਡਾਂਟ ਜ਼ਰੂਰ ਪਏਗੀ, ਕੁੱਟ ਜ਼ਰੂਰ ਪਵੇਗੀ। ਅੱਗੇ ਕਹਿੰਦੇ ਨੇ, ਸ਼ੀਕੇ ਉੱਪਰ ਤੇਰੀ ਬਹੁਤ ਡੀਠ, ਤੂੰ ਥੱਲਿਓਂ ਆਟਾ ਵੀ ਖਾ ਲਿਆ, ਪਰੋਲਾ ਵੀ ਲਬੇੜ ਦਿੱਤਾ, ਤੇ ਉੱਤੇ ਵੇਖ ਲਿਆ ਵੀ ਇਹਦੇ ਵਿੱਚ ਵੀ ਕੁਝ ਪਿਆ ਹੈ। ਸ਼ੀਕੇ ਉੱਪਰ ਛਿੱਕੂ ਟੰਗਿਆ ਹੋਇਆ, ਸ਼ੀਕੇ ਉੱਪਰ ਤੇਰੀ ਬਹੁਤ ਡੀਠ, ਉੱਥੇ ਤੇਰਾ ਧਿਆਨ ਚਲਿਆ ਗਿਆ। ਮਤ ਲੱਕੜੀ ਸੋਟਾ ਪਰੇ ਤੇਰੀ ਪੀਠ, ਸ਼ਿਕੂ ਤੇ ਤੇਰੇ ਕੋਲ ਲੈਣਾ ਕੋਈ ਨਹੀਂ, ਜੇ ਲੈ ਵੀ ਗਿਆ ਤ੍ਰਿਪਤ ਤੂੰ ਫਿਰ ਵੀ ਨਹੀਂ ਹੋਣਾ। ਇੰਨਾ ਚਿਰ ਨੂੰ ਜੇ ਮਾਲਕ ਆ ਗਿਆ, ਤੇਰੀ ਪਿੱਠ ਦੇ ਉੱਤੇ ਡਾਂਗ ਵੱਜੇਗੀ, ਸੋਟਾ ਵੱਜੇਗਾ, ਹੋ ਸਕਦਾ ਤੇਰੀ ਲੱਤ ਟੁੱਟ ਜਾਏ, ਤੇਰਾ ਲੱਕ ਟੁੱਟ ਜਾਏ, ਰੀੜ ਦੀ ਹੱਡੀ ਟੁੱਟ ਜਾਏ, ਰਿੰਗੇਗਾ। ਇੱਥੇ ਕਹਿ ਰਹੇ ਨੇ ਵੀ ਬਹੁਤਾ ਲੋਭ ਨਾ ਕਰ, ਜਮਾਂ ਦੀ ਮਾਰ, ਤੈਨੂੰ ਦੁੱਖ ਸਹਿਣੇ ਪੈਣਗੇ, ਫੜਿਆ ਜਾਏਗਾ। ਫੜਿਆ ਜਾਂਦਾ ਕਈ ਵਾਰੀ ਬੰਦੇ ਨੂੰ ਇਨਕਮ ਟੈਕਸ ਵਾਲੇ ਆ ਕੇ ਸਾਰਾ ਕੁਝ ਖੋ ਕੇ ਲੈ ਜਾਂਦੇ ਆ। ਫਿਰ ਕਹਿੰਦੇ ਨੇ, ਕਹੋ ਕਬੀਰ ਭੋਗ ਭਲੇ ਕੀਨ, ਕਹਿੰਦੇ ਨੇ ਮਤ ਕੋਈ ਮਾਰੇ ਈਟ ਢੇਮ। ਕਹਿੰਦੇ ਨੇ ਚੰਗਾ ਭਲਾ ਤੂੰ ਜੋ ਆਪਣੀ ਕਿਰਤ ਕਮਾਈ ਦੇ ਵਿੱਚੋਂ ਤੂੰ ਖਾਸ ਖਾ ਕੇ ਤ੍ਰਿਪਤ ਹੋ ਸਕਦਾ ਵਾਂ, ਕਹਿੰਦੇ ਨੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਖਾ, ਬਾਕੀ ਜੋ ਬੇਈਮਾਨੀ ਜਾਂ ਲੋਭ ਵਸ ਹੋ ਕੇ ਜੋ ਇਕੱਠਾ ਕਰੇਗਾ ਨਾ, ਉਹਦਾ ਕੋਈ ਲਾਭ ਨਹੀਂ, ਸਜ਼ਾ ਜ਼ਰੂਰ ਮਿਲੇਗੀ। ਮਤ ਕੋਈ ਮਾਰੇ ਈਟ ਢੇਮ, ਸਜ਼ਾ ਦਾ ਭਾਗੀ ਹੋ ਸਕਦਾ ਹੈ। ਹਾਂ, ਭੋਗ ਭੋਗ ਕੇ ਤੇਰੇ ਜੀਵਨ ਵਿੱਚ ਖੁਆਰੀ ਜਾਂ ਰੋਗ ਜਾਂ ਦੁੱਖ, ਜੰਮਣ ਮਰਨ ਦਾ ਗੇੜ, ਇਹ ਸਭ ਕੁਝ ਤੇਰੇ ਪੱਲੇ ਪੈ ਸਕਦਾ ਹੈ। ਸੋ ਅੱਜ ਦੇ ਇਸ ਪਾਵਨ ਮੁਬਾਰਕ ਬਚਨ ਵਿੱਚ ਭਰਮ ਭਰਮ ਜੋਨੀ ਫਿਰ ਫਿਰ ਆਇਆ ਵੀ ਮਨੁੱਖ ਮਨੁੱਖੀ ਜਾਮੇ ਵਿੱਚ ਰਹਿ ਕਰਕੇ ਕਈਆਂ ਪਸ਼ੂ ਬਿਰਤੀਆਂ ਦੇ ਵਿੱਚੋਂ ਦੀ ਲੰਘਦਾ ਹੈ, ਭਟਕਦਾ ਹੈ। ਕਰਤੂਤ ਪਸ਼ੂ ਕੀ ਮਨ ਸਜਾਤ। ਤੇ ਆਪਾਂ ਪੜ੍ਹਦੇ ਆ ਨਾ, ਹੁਣੇ ਪੜ੍ਹਿਆ ਆਪਾਂ ਕਿ ਬਿਨ ਸਿਮਰਨ ਪੈ ਕੂਕਰ, ਕਾਮ ਸਾਕਤ ਵਿਸ਼ਵਾ ਪੂਤਨ ਨਾਮ। ਇਹ ਸਾਰੀਆਂ ਬਿਰਤੀਆਂ ਜਿਹੜੀਆਂ ਬੰਦੇ ਦੀਆਂ ਹੈ ਮਨੁੱਖ, ਪਰ ਪਸ਼ੂ ਬਿਰਤੀਆਂ ਜੀਵਨ ਵਿੱਚ ਜਿਉ ਰਿਹਾ ਹੈ। ਤੇ ਕਹਿੰਦੇ ਨੇ ਭਰਮ ਭਰਮ ਜੋਨੀ ਫਿਰ ਫਿਰ ਆਇਆ, ਆਪ ਭੁਲਾ ਜਾਂ ਖਸਮ ਭੁਲਾਇਆ। ਜੀਵ ਦੇ ਕੀ ਵਸ, ਜਦੋਂ ਮਾਲਕ ਪ੍ਰਭੂ ਨੇ ਇਸ ਨੂੰ ਕੁਰਾਏ, ਮਾਲਕ ਕੁਰਾਏ ਪਾਉਂਦਾ ਹੈ ਜੀ, ਮਾਲਕ ਕੁਰਾਏ ਨਹੀਂ ਪਾਉਂਦਾ। ਹਾਂ, ਉਹਦੇ ਕਾਇਦੇ ਕਾਨੂੰਨ ਨਿਯਮ ਉਹਨਾਂ ਨੂੰ ਨਾ ਸਮਝਣ ਵਾਲਾ ਕੁਰਾਏ ਪੈ ਜਾਂਦਾ ਵਾ। ਵਾਹਿਗੁਰੂ ਤੇਰੇ ਕਾਇਦੇ ਕਾਨੂੰਨ ਨਿਯਮ ਆਪਣੇ ਮਨੁੱਖੀ ਫਰਜ਼ਾਂ ਨੂੰ ਨਹੀਂ ਸਮਝ ਸਕਿਆ, ਕੁਰਾਏ ਪੈ ਗਿਆ। ਇੱਥੇ ਅਰਦਾਸ ਕੀਤੀ, ਪਰ ਇਹਦੇ ਵਸ ਕੁਝ ਨਹੀਂ, ਤੂੰ ਕਿਰਪਾ ਕਰ, ਆਪ ਹੀ ਇਹਦੇ ਉੱਤੇ ਰਹਿਮਤ ਕਰ, ਇਹ ਜੀਵ ਕੁਰਾਏ ਪੈਣੋਂ ਹਟ ਜਾਏ। ਆਪ ਭੁਲਾ ਜਾਂ ਖਸਮ ਭੁਲਾਇਆ, ਹਰ ਜੀਉ ਮਿਲੇ ਤਾਂ ਗੁਰਮੁਖ ਬੂਝੇ, ਚੀਨੇ ਸ਼ਬਦ ਅਬਨਾਸੀ ਹੈ।
ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਪਰਮਾਤਮਾ ਇਸ ਨੂੰ ਮਿਲਦਾ ਹੈ ਇਸ ਉੱਤੇ ਦਇਆ ਕਰਦਾ ਹੈ, ਗੁਰੂ ਦੀ ਸ਼ਰਨ ਪੈ ਕੇ ਸਾਰੀ ਜੀਵਨ ਰਾਹ ਨੂੰ ਜੀਵਨ ਜੁਗਤੀ ਨੂੰ ਸਮਝਦਾ ਹੈ, ਲੋਭ ਆਦਿਕ ਬਿਰਤੀਆਂ ਪਸ਼ੂ ਬਿਰਤੀਆਂ ਵਿੱਚੋਂ ਨਿਕਲ ਕੇ ਇਨਸਾਨਾਂ ਵਾਲਾ ਜੀਵਨ ਜਿਉਂਦਾ ਹੈ। ਸੱਜਣ ਦੇ ਕੋਲ ਮਨੁੱਖੀ ਜਾਮਾ ਜ਼ਰੂਰ ਸੀ ਪਰ ਅੰਦਰੋਂ ਦਰਿੰਦਾ ਸੀ, ਅੰਦਰੋਂ ਦੈਂਤ ਸੀ। ਉਹਨੂੰ ਇਨਸਾਨ ਬਣਾਇਆ ਗੁਰੂ ਮਹਾਰਾਜ ਜੀ ਨੇ। ਕੌਡੇ ਰਾਖਸ਼ ਨੂੰ ਇਨਸਾਨ ਬਣਾਇਆ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ। ਕਹਿੰਦੇ ਤਦੋਂ ਅਬਨਾਸ਼ੀ ਪ੍ਰਭੂ ਦੀ ਸਿਫਤੋ ਸਲਾਹ ਦੀ ਬਾਣੀ ਹਿਰਦੇ ਵਿੱਚ ਵਸਦੀ ਹੈ ਤੇ ਇਹ ਇਨਸਾਨ ਸੋਹਣਾ ਜੀਵਨ ਜਿਉਣ ਵਾਲਾ ਬਣਦਾ ਹੈ। ਕੂਕਰ ਬਿਰਤੀਆਂ, ਸੱਪ ਵਾਲੀ ਬਿਰਤੀ ਆਦਿਕ ਪਸ਼ੂ ਬਿਰਤੀਆਂ ਇਹਦੇ ਜੀਵਨ ਵਿੱਚ ਉਹ ਜੋਨੀਆਂ ਜਿਹੜੀਆਂ ਮਨ ਕਰਕੇ ਸੁਰਤ ਕਰਕੇ ਭੋਗ ਰਿਹਾ ਸੀ, ਭਰਮ ਜੋਨੀ ਫਿਰ ਆਇਆ, ਉਹਦੇ ਵਿੱਚੋਂ ਗੁਰੂ ਕੱਢ ਦਿੰਦਾ ਹੈ। ਸੋ ਇੱਕੋ ਪਦੇ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ, ਕਰ ਸਕੇ ਹਾਂ। ਸੋ ਭੁੱਲ ਗਲਤੀ ਦੀ ਖਿਮਾ